ਕਿਤੇ ਖੋਜ ਇੱਕ ਕਿਨਕੇ ਤੇ, ਕਿਤੇ ਖੋਜ ਸਮੰਦਰ ਦੀ, ਕਿਤੇ ਬਾਹਰੀ ਜੁਗਤਾਂ ਕਾਢਾਂ ਦੀ, ਕਿਤੇ ਖੋਜ ਧੁਰੇ ਅੰਦਰ ਦੀ, ਕਿਤੇ ਖੋਜ ਵਿਗਿਆਨੀ ਕਰਦਾ, ਕਿਤੇ ਖੋਜ ਪੀਰ ਪੈਗੰਬਰ ਦੀ। ਪੀਰਾਂ ਦੀ ਖੋਜ ਥਾਂਏ ਖੜਦੀ, ਬਾਕੀ ਖੋਜ ਅਡੰਬਰ ਦੀ। ਜੋ ਵੀ ਹੈ ਮਨਸੂਰ ਬੁੱਝਣੀ ਔਖੀ, ਇਹ ਜਿੰਨੀ ਖੇਡ ਕਲੰਦਰ ਦੀ, ਇਹ ਜਿੰਨੀ ਖੇਡ ਕਲੰਦਰ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਉਹ ਹੈ ਖੋਜ ਦੀਆਂ ਰਾਹਾਂ। ਖੋਜਣ ਦੀਆਂ ਰਾਹਾਂ ਜਾਂ ਖੋਜ ਦੀਆਂ ਪੈੜਾਂ ਤੇ ਜੀਵ ਉਦੋਂ ਹੀ ਪੈਂਦਾ ਹੈ ਜਦੋਂ ਇਸ ਨੂੰ ਆਪਣੇ ਖੁਦ ਦੇ ਅੰਦਰੋਂ ਲੋੜ ਮਹਿਸੂਸ ਹੁੰਦੀ ਹੈ। ਇਨਸਾਨੀ ਜੀਵਨ ਦੇ ਜਿੰਨੇ ਵੀ ਤਲ ਨੇ, ਹਰ ਤਲ ਦੀ ਆਪੋ ਆਪਣੀ ਲੋੜ ਹੈ। ਉਹ ਗੱਲ ਵੱਖਰੀ ਹੈ ਕਿ ਅਸੀਂ ਹਰੇਕ ਤਲ ਤੋਂ ਜਾਗਰਤ ਨਹੀਂ ਹਾਂ, ਪਰ ਜਿਸ ਵੀ ਤਲ ਤੋਂ ਅਸੀਂ ਜੀਵਨ ਬਸਰ ਕਰ ਰਹੇ ਹੋਈਏ ਉਸ ਤਲ ਦੀਆਂ ਲੋੜਾਂ ਸਾਨੂੰ ਮਹਿਸੂਸ ਹੁੰਦੀਆਂ ਹਨ ਤੇ ਇਹਨਾਂ ਲੋੜਾਂ ਦੀ ਪੂਰਤੀ ਲਈ ਅਸੀਂ ਖੋਜ ਦੇ ਰਾਹ ਤੇ ਤੁਰਦੇ ਹਾਂ ਤੇ ਖੋਜ ਕੇ ਕੋਈ ਨਾ ਕੋਈ ਕਾਢ ਕੱਢ ਲੈਂਦੇ ਹਾਂ ਆਪਣੀ ਲੋੜ ਦੀ ਪੂਰਤੀ ਲਈ। ਇਹ ਜ਼ਰੂਰਤ ਮੁਤਾਬਕ ਖੋਜਣ ਦਾ ਸਿਸਟਮ ਪੁਰਾਤਨ ਸਮੇਂ ਤੋਂ ਹੀ ਹੋਂਦ ਵਿੱਚ ਹੈ। ਜਿਵੇਂ ਅਸੀਂ ਪੜ੍ਹਦੇ ਤੇ ਸੁਣਦੇ ਆ ਰਹੇ ਹਾਂ ਕਿ ਆਦਿ ਕਾਲ ਵਿੱਚ ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ, ਇਹ ਆਪਣੇ ਭੋਜਨ ਲਈ ਜਾਨਵਰਾਂ ਉੱਤੇ ਨਿਰਭਰ ਕਰਦਾ ਸੀ। ਜਾਨਵਰਾਂ ਦੇ ਸ਼ਿਕਾਰ ਵਾਸਤੇ ਜਦੋਂ ਇਸ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਨੂੰ ਹਥਿਆਰਾਂ ਦੀ, ਔਜ਼ਾਰਾਂ ਦੀ ਲੋੜ ਮਹਿਸੂਸ ਹੋਈ ਤੇ ਇਸ ਲੋੜ ਨੇ ਹੀ ਪੱਥਰ, ਲੱਕੜ ਤੇ ਫਿਰ ਲੋਹੇ ਦੇ ਹਥਿਆਰਾਂ, ਸੰਦਾਂ ਦੀ ਕਾਢ ਕੱਢੀ। ਇਸੇ ਤਰ੍ਹਾਂ ਖੋਜ ਦੀਆਂ ਰਾਹਾਂ ਤੇ ਤੁਰਦਿਆਂ ਤੁਰਦਿਆਂ ਕੁਝ ਸਮਾਂ ਅੱਗੇ ਬੀਤਿਆ ਤੇ ਇਨਸਾਨ ਨੇ ਫਸਲਾਂ ਦੀ ਖੋਜ ਕੀਤੀ। ਕਾਸ਼ਤ ਕਰਨ ਲਈ ਖੇਤੀਬਾੜੀ ਦੇ ਸੰਦਾਂ ਦੀ ਖੋਜ ਕੀਤੀ ਗਈ। ਜਿਵੇਂ ਜਿਵੇਂ ਜਿਸ ਚੀਜ਼ ਦੀ ਲੋੜ ਮਹਿਸੂਸ ਕੀਤੀ, ਉਸ ਲੋੜ ਨੂੰ ਪੂਰਾ ਕਰਨ ਲਈ ਖੋਜ ਦੇ ਰਾਹ ਤੇ ਤੁਰਦਿਆਂ ਨਵੀਆਂ ਕਾਢਾਂ ਕੱਢੀਆਂ ਗਈਆਂ। ਆਉਣ ਜਾਣ ਲਈ ਆਵਾਜਾਈ ਦੇ ਸਾਧਨਾਂ ਦੀ ਕਾਢ, ਗੱਲਬਾਤ ਕਰਨ ਲਈ ਚਿੱਠੀ ਪੱਤਰ ਤੇ ਅੱਜ ਕੱਲ੍ਹ ਟੈਲੀਫੋਨ, ਇਹ ਸਭ ਲੋੜ ਮੁਤਾਬਕ ਇਜਾਦ ਕੀਤੇ ਗਏ। ਰੇਡੀਓ, ਟੀਵੀ, ਲਾਈਟ ਤੇ ਕਈ ਹੋਰ ਉਪਕਰਨ ਐਡਵਾਂਸਮੈਂਟ ਦੇ ਨਾਲ ਹੋਂਦ ਵਿੱਚ ਆਉਂਦੇ ਗਏ। ਇਨਸਾਨ ਨੇ ਬਰੂਨੀ ਖੋਜ ਦਾ ਰਾਹ ਇੰਨਾ ਵਿਕਸਿਤ ਕਰ ਲਿਆ ਕਿ ਅੱਜ ਦੇ ਯੁੱਗ ਵਿੱਚ ਸਾਡੇ ਕੋਲ ਹਰ ਚੀਜ਼ ਦੀ ਐਡਵਾਂਸ ਟੈਕਨੀਕ ਉਪਲਬਧ ਹੈ। ਅੱਜ ਅਸੀਂ ਵਿਗਿਆਨੀਆਂ ਦੁਆਰਾ ਖੋਜ ਤੋਂ ਭਾਵ ਕਾਢਾਂ ਤੋਂ ਪ੍ਰਾਪਤ ਸੁਵਿਧਾਵਾਂ ਨੂੰ ਮਾਣ ਸਕਦੇ ਹਾਂ। ਅੱਜ ਕੱਲ੍ਹ ਅਸੀਂ ਇਹਨਾਂ ਸਭ ਕਾਢਾਂ ਦਾ ਸਰੀਰਕ ਲੋੜ ਅਤੇ ਮਾਨਸਿਕ ਮਨੋਰੰਜਨ ਲਈ ਲਾਭ ਉਠਾ ਰਹੇ ਹਾਂ, ਪਰ ਸਰੀਰਕ ਤਲ ਦੀਆਂ ਲੋੜਾਂ ਨਾਲ ਤੇ ਖੋਜਾਂ ਨਾਲ ਸਾਡੀਆਂ ਲੋੜਾਂ ਤੇ ਖੋਜਾਂ ਸੰਪੂਰਨ ਨਹੀਂ ਹੋ ਜਾਂਦੀਆਂ, ਕਿਉਂਕਿ ਸਰੀਰ ਤੋਂ ਪਰੇ ਸਾਡਾ ਇੱਕ ਅੰਦਰੂਨੀ ਤਲ ਵੀ ਹੈ ਜਿਸ ਨੂੰ ਆਤਮਿਕ ਤਲ ਆਖਿਆ ਜਾਂਦਾ ਹੈ। ਇਸ ਆਤਮਿਕ ਤਲ ਦੀਆਂ ਵੀ ਕੁਝ ਲੋੜਾਂ ਨੇ। ਇਹਨਾਂ ਲੋੜਾਂ ਨੂੰ ਅਸੀਂ ਬਾਹਰੀ ਭੱਜ ਦੌੜ ਦੀ ਓਪਰੀ ਸ਼ਾਨੋ ਸ਼ੌਕਤ ਤੇ ਫੋਕੀ ਸ਼ੋਹਰਤ ਇਕੱਠੀ ਕਰਨ ਦੀ ਲਾਲਸਾ ਹੇਠ ਨਜ਼ਰ ਅੰਦਾਜ਼ ਕਰੀ ਬੈਠੇ ਹਾਂ, ਕਿਉਂਕਿ ਸਾਡੀ ਵੱਧ ਤੋਂ ਵੱਧ ਤਰਜੀਹ ਸਰੀਰ ਅਤੇ ਸਰੀਰਕ ਲੋੜਾਂ ਦੀ ਹੀ ਬਣ ਚੁੱਕੀ ਹੈ, ਜਿਨ੍ਹਾਂ ਨਾਲ ਅਸੀਂ ਬਾਹਰੀ ਖੋਜ ਦੇ ਰਾਹ ਤੇ ਤੁਰ ਰਹੇ ਹਾਂ। ਪਰ ਸਾਡੀਆਂ ਆਤਮਿਕ ਤਲ ਦੀਆਂ ਲੋੜਾਂ ਜਿਵੇਂ ਅੰਦਰੂਨੀ ਸੁੱਖ, ਸਕੂਨ, ਆਨੰਦ, ਮਸਤੀ, ਮਨ ਦਾ ਟਿਕਾਊ ਅਤੇ ਭਟਕਣਾ ਰਹਿਤ ਜੀਵਨ, ਗੁਣਾ ਭਰਪੂਰ, ਅਸਲ ਅਸੂਲ ਰਹਿਤ ਮਰਿਆਦਾ ਵਾਲਾ ਜੀਵਨ ਜਿਉਣਾ, ਇਸ ਸਭ ਨੂੰ ਅਸੀਂ ਨਜ਼ਰ ਅੰਦਾਜ਼ ਕਰ ਰਹੇ ਹਾਂ। ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਲਈ ਕਿਸੇ ਯੰਤਰ ਦੇ ਅਵਿਸ਼ਕਾਰ ਦੀ ਲੋੜ ਨਹੀਂ, ਕਿਉਂਕਿ ਇਹ ਲੋੜਾਂ ਸਾਡੇ ਰੂਹਾਨੀ ਤਲ ਦੀਆਂ ਨੇ ਜੋ ਅੰਤਰੀਵ ਨਾਲ ਸੰਬੰਧ ਰੱਖਦੀਆਂ ਨੇ। ਕਿਸੇ ਬਾਹਰੀ ਭੌਤਿਕ ਮਸ਼ੀਨ ਨਾਲ ਇਸ ਦਾ ਕੋਈ ਸੰਬੰਧ ਨਹੀਂ, ਲੇਕਿਨ ਖੋਜ ਦੇ ਰਾਹ ਤੇ ਇੱਧਰ ਨੂੰ ਯਾਨੀ ਅੰਦਰ ਵੀ ਤੁਰਨਾ ਜ਼ਰੂਰੀ ਹੈ। ਜਿਸ ਤਰ੍ਹਾਂ ਬਾਹਰੀ ਮਟੀਰੀਅਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਟੀਰੀਅਲ ਤੇ ਖੋਜ ਕੀਤੀ ਜਾਂਦੀ ਹੈ, ਇਸੇ ਹੀ ਤਰ੍ਹਾਂ ਇਹਨਾਂ ਰੂਹਾਨੀ ਲੋੜਾਂ ਨੂੰ ਪੂਰਾ ਕਰਨ ਲਈ ਸਾਨੂੰ ਆਪਣੇ ਆਤਮਿਕ ਤਲ ਤੇ ਖੋਜ ਕਰਨੀ ਪਏਗੀ। ਜਿਸ ਤਰ੍ਹਾਂ ਫੁਰਮਾਨ ਹੈ, ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਕਿ ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਹਰੇਕ ਜੀਵ ਆਤਮਾ ਦੇ ਸਹਾਰੇ ਹੀ ਸਰੀਰਕ ਤਲ ਤੇ ਜਿਉਂਦਾ ਹੈ। ਪਰ ਅਸੀਂ ਇਸ ਹਕੀਕਤ ਤੋਂ ਅਣਜਾਣ ਹਾਂ, ਤਾਂ ਹੀ ਆਤਮਿਕ ਲੋੜਾਂ ਨੂੰ ਅਸੀਂ ਲੋਚਦੇ ਨਹੀਂ। ਸਾਡੀ ਆਤਮਿਕ ਤਲ ਦੀ ਚਾਹਤ ਨਹੀਂ ਉਪਜਦੀ। ਹੁਣ ਦੇਖੀਏ ਤੇ ਨਾਰਮਲੀ ਹਰ ਇਨਸਾਨ ਪਰਮਾਤਮਾ ਨੂੰ ਚਾਹੁੰਦਾ ਹੈ, ਪਰਮਾਤਮਾ ਨੂੰ ਮਿਲਣ ਦੀ ਚਾਹਤ ਰੱਖਦਾ ਹੈ, ਪਰ ਆਪਣੇ ਆਤਮਿਕ ਤਲ ਤੋਂ ਅਣਜਾਣ ਹੈ, ਇਸ ਨੂੰ ਖੋਜਣ ਤੋਂ ਅਵੇਸਲਾ ਹੈ, ਇਸ ਦੀ ਲੋੜ ਮਹਿਸੂਸ ਨਹੀਂ ਕਰਦਾ। ਦੁਨਿਆਵੀ ਤਲ ਤੇ ਜੇ ਕਿਸੇ ਚੀਜ਼ ਨੂੰ ਰਿਸਰਚ ਕਰਨੀ ਹੋਵੇ ਤੇ ਉਸ ਦੇ ਛੋਟੇ ਤੋਂ ਛੋਟੇ ਕਣ ਤੇ ਖੋਜ ਕੀਤੀ ਜਾਂਦੀ ਹੈ। ਜਿਵੇਂ ਸਾਗਰ ਨੂੰ ਜਾਣਨ ਲਈ ਬੂੰਦ ਤੇ ਖੋਜ ਕੀਤੀ ਜਾਂਦੀ ਹੈ,
ਇਸੇ ਹੀ ਤਰ੍ਹਾਂ ਪਰਮਾਰਥ ਦਾ ਉਹ ਛੋਟਾ ਕਣ ਆਤਮਾ ਹੈ ਜੋ ਹਰ ਜੀਵ ਦੇ ਅੰਦਰ ਮੌਜੂਦ ਹੈ। ਜੋ ਆਤਮਾ ਨੂੰ ਖੋਜ ਲੈਂਦਾ ਹੈ ਉਹ ਪਰਮਾਤਮਾ ਨੂੰ ਜਾਣ ਲੈਂਦਾ ਹੈ। ਪਰ ਗੱਲ ਤੇ ਫਿਰ ਲੋੜ ਤੇ ਆ ਕੇ ਨਿਬੜਦੀ ਹੈ। ਖੋਜ ਦੀ ਰਾਹ ਤੇ ਤੁਰਨ ਨਾਲ ਹੀ ਗੱਲ ਬਣਦੀ ਹੈ। ਜੇਕਰ ਅਸੀਂ ਅਸਲ ਸੁੱਖ ਸਕੂਨ ਸਰੂਰ ਆਨੰਦ ਮਸਤੀ ਅਤੇ ਗੁਣਾ ਭਰਪੂਰ ਜੀਵਨ ਦੀ ਔਗਣਾਂ ਤੋਂ ਮੁਕਤ ਹੋਣ ਦੀ ਲੋੜ ਹੀ ਨਹੀਂ ਮਹਿਸੂਸ ਕਰਦੇ ਤੇ ਫਿਰ ਅਸੀਂ ਖੋਜਾਂਗੇ ਕਿਵੇਂ ਆਤਮਿਕ ਤਲ ਵੱਲ ਤੁਰਾਂਗੇ। ਹੁਣ ਝਾਤ ਮਾਰੀਏ ਉਹਨਾਂ ਪੀਰਾਂ ਭਗਤਾਂ ਫਕੀਰਾਂ ਰੱਬ ਦੇ ਪਿਆਰਿਆਂ ਵੱਲ ਜਿਨ੍ਹਾਂ ਆਤਮਿਕ ਤਲ ਤੋਂ ਪਰਮਾਤਮਾ ਨੂੰ ਜਾਣਿਆ ਅਤੇ ਆਪਣੀ ਖੋਜ ਰਾਹੀਂ ਆਪਣੇ ਸ਼ਬਦਾਂ ਦੁਆਰਾ ਸਾਨੂੰ ਸਮਝਾਇਆ ਕਿ ਜੋ ਬ੍ਰਹਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੇ। ਇਹਨਾਂ ਮਹਾਨ ਹਸਤੀਆਂ ਨੇ ਜੋ ਖੋਜ ਕਰਕੇ ਇੰਨੇ ਗਹਿਰੇ ਫਰਮਾਨ ਦਿੱਤੇ, ਉਹ ਇਹਨਾਂ ਦੀ ਰੂਹਾਨੀ ਪੱਖ ਦੀ ਤੜਫ ਦਾ ਨਤੀਜਾ ਨੇ, ਜਿਨ੍ਹਾਂ ਨੇ ਅੰਦਰੂਨੀ ਲੋੜ ਮਹਿਸੂਸ ਕੀਤੀ ਅੰਤਰੀਵ ਤਲ ਦਾ ਜੀਵਨ ਜਿਉਣ ਦੀ, ਤੇ ਉਹ ਖੋਜ ਦੀ ਰਾਹ ਤੇ ਤੁਰੇ। ਉਹਨਾਂ ਨੇ ਹੀ ਆਤਮਾ ਤੋਂ ਪਰਮਾਤਮਾ ਦਾ ਰਾਹ ਦੇਖਿਆ ਤੇ ਸਾਨੂੰ ਦੱਸਿਆ, ਖੋਜ ਕਰ ਅੰਦਰੂਨੀ ਸੁਵਿਧਾਵਾਂ ਜੋ ਅੰਦਰ ਮੌਜੂਦ ਨੇ। ਤੇ ਫਿਰ ਅਸੀਂ ਕਿਉਂ ਅਧੂਰਾ ਜੀਵਨ ਜਿਉ ਰਹੇ ਹਾਂ, ਸਿਰਫ ਸਰੀਰਕ ਤਲ ਦੀਆਂ ਲੋੜਾਂ ਤੇ ਖੋਜਾਂ ਤੱਕ ਦਾ? ਅਸੀਂ ਕਿਉਂ ਗੁਰੂ ਬਾਣੀ ਵਿੱਚ ਲਿਖਿਆ ਪੜ੍ਹ ਕੇ ਹੀ ਛੱਡ ਰਹੇ ਹਾਂ? ਅਸੀਂ ਕਿਉਂ ਪਰਮਾਤਮਾ ਬਾਰੇ ਸੁਣ ਕੇ ਉਹਨੂੰ ਮਿਲਣ ਦੀ ਲੋੜ ਮਹਿਸੂਸ ਨਹੀਂ ਕਰਦੇ? ਅਸੀਂ ਕਿਉਂ ਨਹੀਂ ਅਸਲ ਸਕੂਨ ਸਰੂਰ ਦੀ ਲੋੜ ਮਹਿਸੂਸ ਕਰਦੇ? ਅਸੀਂ ਕਿਉਂ ਨਹੀਂ ਮਨ ਦੀ ਭਟਕਣਾ ਤੋਂ ਮੁਕਤ ਹੋਣਾ ਚਾਹੁੰਦੇ? ਅਸੀਂ ਕਿਉਂ ਨਹੀਂ ਅੰਦਰ ਪਈਆਂ ਆਤਮਿਕ ਸੁਵਿਧਾਵਾਂ ਦੀ ਖੋਜ ਕਰਦੇ? ਅਸਲ ਖਜ਼ਾਨੇ ਨੂੰ ਅਸੀਂ ਕਿਉਂ ਨਹੀਂ ਖੋਜਦੇ? ਇਹ ਸਿਰਫ ਸਾਡਾ ਅਵੇਸਲਾਪਨ ਹੈ। ਸਾਡੇ ਆਤਮਿਕ ਤਲ ਨੂੰ ਵੀ ਇਹਨਾਂ ਸਭ ਲੋੜਾਂ ਦੀ ਲੋੜ ਹੈ। ਸੋ ਜੋ ਖੋਜ ਦੇ ਰਾਹ ਤੁਰੇ ਉਹਨਾਂ ਸਭ ਖੋਜਿਆ, ਤੇ ਅਸੀਂ ਵੀ ਜਾਗੀਏ, ਖੁਦ ਨੂੰ ਹਲੂਣੀਏ, ਸਰੀਰਕ ਤਲ ਦੇ ਨਾਲ ਅਸਲ ਆਤਮਿਕ ਸੁੱਖ ਸਕੂਨ ਦੀ ਲੋੜ ਮਹਿਸੂਸ ਕਰੀਏ, ਕਿਉਂਕਿ ਇਹੋ ਮਨੁੱਖਾ ਜਨਮ ਵਾਰੀ ਹੈ। ਆਤਮਿਕ ਖੋਜ ਦੇ ਰਾਹ ਤੇ ਤੁਰਨ ਦਾ, ਆਤਮਾ ਨੂੰ ਖੋਜ ਪਰਮਾਤਮਾ ਨੂੰ ਮਿਲਣ ਦਾ। ਸੋ ਸਾਡੇ ਲਈ ਜ਼ਰੂਰੀ ਹੈ ਆਪਣੇ ਰੂਹਾਨੀ ਮਾਰਗ ਦੀ ਪ੍ਰਾਪਤੀ ਵਾਸਤੇ ਭੀਤਰ ਦੀ ਖੋਜ ਦੇ ਰਾਹ ਤੇ ਤੁਰੀਏ ਤੇ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਦਮ ਪਿਤਾ ਜੀ ਦੇ ਮਿਲਾਪ ਨੂੰ ਪ੍ਰਾਪਤ ਕਰ ਅਸਲ ਸਦੀਵੀ ਸੁੱਖ ਸਕੂਨ ਤੇ ਗੁਣਾ ਅਸੂਲਾਂ ਤਹਿਤ ਰਹਿਤ ਮਰਿਆਦਾ ਵਾਲਾ ਬੌਧਿਕ ਜੀਵਨ ਜਿਉਣ ਦੇ ਹੱਕਦਾਰ ਬਣੀਏ, ਜੋ ਸਾਡੀ ਆਤਮਿਕ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।